ਪਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਮੋ ਗੁਰ ਹਿਰਦੈ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਮੋ ਸ਼੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਕੇਹਰੀ ਗਵਨ ਪਗ ਪੰਕਜ ਰਵਨ ਚਲੋ सभा के स्थान में पयान आप कीन्यो कंचन सिंहासन पे बैठे सुख आसन सो निकट सरासन टिकाए दृढ़ लीन्यो केहरी चौरदार चोर चार चार दिश ढोर कर शोभा को बढ़ावे सम किरणों की चीन्यो फर्श अनेक रंग सज्यो सब ब्योंत संग सभा में सुगंधता की गंग शोर दीन्यो केहरी गवन पग पंकज रवन चलो। ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣਿਆਂ ਪਿਆਰਿਆਂ ਦੀ ਸਦਾ ਹੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਖੰਡਾਂ ਬਰਪੰਡਾਂ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਪਾਂ ਸਾਰਿਆਂ ਉੱਤੇ ਤਰਸ ਕੀਤਾ ਹੈ ਦਇਆ ਕੀਤੀ ਹੈ ਸਾਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਦਰਸ਼ਨ ਕਰਨ ਦਾ ਸੰਗਤ ਕਰਨ ਦਾ ਸੁਭਾਗ ਭਰਿਆ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦਾ ਬੇਅੰਤ ਵਾਰ ਸ਼ੁਕਰ ਹੈ ਜੋ ਐਸਾ ਮੌਕਾ ਸਾਨੂੰ ਬਖਸ਼ਿਸ਼ ਕੀਤਾ ਹੈ। ਕਿਉਂ ਸਾਧ ਸੰਗਤ ਜੀ, ਇਹ ਗੁਰੂ ਸਾਹਿਬ ਹੀ ਮਿਹਰ ਕਰਨ ਤਾਂ ਗੁਰੂ ਦੀ ਸੰਗਤ ਵਿੱਚ ਆ ਕੇ ਬੈਠਿਆ ਜਾਂਦਾ ਹੈ। ਜੇ ਪਿੱਛੋਂ ਮਿਹਰ ਨਾ ਹੋਵੇ ਜੀ ਫਿਰ ਬੰਦਾ ਸੰਗਤ ਵਿੱਚ ਨਹੀਂ ਆ ਸਕਦਾ ਜੀ। ਚਾਹੇ ਕੋਈ ਨੌਕਰੀ ਕਰਨ ਵਾਸਤੇ ਆ ਰਿਹਾ, ਚਾਹੇ ਕੋਈ ਸੰਗਤ ਕਰਨ ਵਾਸਤੇ ਆ ਰਿਹਾ, ਜਿਹੜਾ ਵੀ ਆ ਰਿਹਾ ਸਾਧ ਸੰਗਤ ਜੀ ਉਹਦਾ ਭਲਾ ਹੁੰਦਾ ਹੈ। ਸਤਿਗੁਰੂ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਪਿਆਰ ਵਿੱਚ ਆਓ ਸਾਰੀ ਸੰਗਤ ਗੱਜ ਕੇ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਆਪ ਜੀ ਰਾਗੀ ਸਿੰਘਾਂ ਦੇ ਪਾਸੋਂ ਸਰਵਣ ਕਰ ਰਹੇ ਸੀਗੇ। ਲੜੀਵਾਰ ਕਥਾ ਆਪਾਂ ਨੇ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਪ ਦੀ ਸੰਗਤ ਬੜੇ ਹੀ ਪਿਆਰ ਨਾਲ ਸਰਵਣ ਕਰ ਰਹੇ ਹਾਂ। ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੱਜੇ ਹਨ। ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਆ ਰਹੀਆਂ ਹਨ। ਦਰਸ਼ਨ ਕਰ ਕਰਕੇ ਆਪਣੇ ਜਨਮ ਦਾ ਭਲਾ ਕਰ ਰਹੀਆਂ ਹਨ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਗੁਰਸਿੱਖਾਂ ਦੇ ਅੰਦਰ ਗੁਣ ਟਿਕਦੇ ਹਨ ਜੀ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਬੰਦੇ ਦੇ ਪਾਪ ਦੂਰ ਹੁੰਦੇ ਹਨ ਜੀ। ਹਜੂਰ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦੇ ਦਰਸ਼ਨ ਸੰਗਤਾਂ ਕਰ ਰਹੀਆਂ ਨੇ। ਉਧਰ ਭੀਮ ਚੰਦ ਨੇ ਆਪਣਾ ਵਕੀਲ ਸਤਿਗੁਰੂ ਜੀ ਦੇ ਕੋਲ ਭੇਜਿਆ। ਮਹਾਰਾਜ ਨੇ ਇਹ ਗੱਲ ਆਖੀ ਵੀ ਰਾਜੇ ਨੂੰ ਕਹੋ ਇਸ ਤਰ੍ਹਾਂ ਨਹੀਂ ਮਾਫੀ, ਸ਼ਰਧਾ ਦੇ ਨਾਲ ਆਵੇ, ਪ੍ਰੇਮ ਨਾਲ ਆਵੇ, ਹੰਕਾਰ ਛੱਡ ਕੇ ਆਵੇ, ਗੁਰੂ ਘਰੋਂ ਮਾਫੀ ਮਿਲੇਗੀ। ਵਜ਼ੀਰ ਜਿਹੜਾ ਸੀ ਵਕੀਲ ਉਹ ਰਾਜੇ ਦੇ ਕੋਲ ਗਿਆ, ਰਾਜੇ ਭੀਮ ਚੰਦ ਦੇ ਕੋਲ। ਰਾਜੇ ਨੂੰ ਜਾ ਕੇ ਉਹਨੇ ਕਿਹਾ ਵੀ ਮੌਕਾ ਬੜਾ ਵਧੀਆ ਹੈ, ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣ ਲਈ ਤਿਆਰ ਹਨ। ਹੁਣ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਚੱਲੋ। ਰਾਜਾ ਵੀ ਬੜਾ ਖੁਸ਼ ਹੋਇਆ ਜੀ। ਰਾਜਾ ਤਿਆਰ ਹੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਆਨੰਦਪੁਰ ਸਾਹਿਬ ਪਹੁੰਚ ਗਿਆ ਜੀ। ਮਹਾਰਾਜ ਜੀ ਨੇ ਮਿਲਣ ਦਾ ਸਮਾਂ ਠਹਿਰਾਇਆ ਜੀ ਵੀ ਸ਼ਾਮਾਂ ਵਾਲੇ ਦੀਵਾਨ ਵਿੱਚ ਮਿਲਾਂਗੇ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸ਼ਾਮਾਂ ਵਾਲੇ ਦੀਵਾਨ ਦੇ ਵਿੱਚ ਅਸੀਂ ਰਾਜੇ ਨੂੰ ਮਿਲਾਂਗੇ। ਰਾਜਾ ਇੱਕ ਪਾਸੇ ਰੁਕ ਗਿਆ ਜੀ। ਵੇਖੋ ਭਾਵੇਂ ਕੋਈ ਕਿੱਡਾ ਵੀ ਵੱਡਾ ਹੈ, ਦਰਗਾਹੀ ਵਡਿਆਈ ਹੁੰਦੀ ਹੈ ਜੀ। ਇਹ ਰੱਬ ਦੇ ਘਰ ਦੀ ਵਡਿਆਈ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਬਖਸ਼ਿਸ਼ਾਂ ਨੇ ਸੱਚੇ ਪਾਤਸ਼ਾਹ ਤਾਰਨ ਵਾਸਤੇ ਦੁਨੀਆ ਨੂੰ ਆਏ ਹੈ, ਰਹਿਮਤਾਂ ਕਰਨ ਵਾਸਤੇ ਆਏ ਨੇ ਤੇ ਸੰਗਤ ਜੀ ਰਾਜਿਆਂ ਨੂੰ ਝੁਕਣਾ ਹੀ ਪੈਣਾ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕੋਲ ਰਾਜਾ ਮਿਲਣ ਲਈ ਤਿਆਰ ਬੈਠਾ ਹੈ। ਗੁਰੂ ਜੀ ਮਹਾਰਾਜ ਜੀ ਨੇ ਜਦੋਂ ਸ਼ਾਮਾਂ ਦੇ ਦੀਵਾਨ ਵਿੱਚ ਆਉਣਾ, ਇਹਨੂੰ ਤੀਜੇ ਪਹਿਰ ਦਾ ਦੀਵਾਨ ਕਹਿੰਦੇ ਜੀ। ਤੀਜੇ ਪਹਿਰ ਤੋਂ ਦੀਵਾਨ ਸ਼ੁਰੂ ਹੋ ਜਾਂਦਾ ਸੀ, ਗੁਰੂ ਘਰ ਦੀ ਮਰਿਆਦਾ ਸੀ। ਹੁਣ ਵੀ ਇਤਿਹਾਸਕ ਗੁਰੂ ਘਰਾਂ ਵਿੱਚ ਤੀਜੇ ਪਹਿਰ ਦਾ ਦੀਵਾਨ ਸੱਜਦਾ, ਕਥਾ ਹੁੰਦੀ ਹੈ, ਕੀਰਤਨ ਹੁੰਦਾ, ਫਿਰ ਰਹਿਰਾਸ ਸਾਹਿਬ ਦਾ ਪਾਠ ਹੁੰਦਾ, ਫਿਰ ਕੀਰਤਨ ਹੁੰਦਾ ਤੇ ਫਿਰ ਜਾ ਕੇ ਸਮਾਪਤੀ ਹੁੰਦੀ ਹੈ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬੈਠੇ ਨੇ, ਤਿਆਰ ਹੋ ਰਹੇ ਆ। ਰਾਜਾ ਬਾਹਰ ਬੈਠਾ ਇੰਤਜ਼ਾਰ ਕਰ ਰਿਹਾ ਹੈ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਜੀ ਨੇ ਫਿਰ ਇਸ਼ਨਾਨ ਪਾਨ ਕਰਕੇ ਦਸਤਾਰਾ ਸਜਾਇਆ, ਸੋਹਣੀ ਕਲਗੀ ਸਜਾਈ, ਬਸਤਰ ਵੀ ਸਜਾਏ ਤੇ ਸ਼ਸਤਰ ਵੀ ਸਜਾਏ ਜੀ। ਤਿਆਰ ਬਰ ਤਿਆਰ ਸੱਚੇ ਪਾਤਸ਼ਾਹ ਜੀ ਹੋਏ ਜੀ। ਮਹਾਰਾਜ ਜੀ ਦੇ ਇਸ ਰੂਪ ਦੇ ਜਿਹੜਾ ਵੀ ਧਿਆਨ ਧਾਰ ਕੇ ਦਰਸ਼ਨ ਕਰਕੇ ਨਮਸਕਾਰ ਕਰਦਾ ਨਾ ਜੀ, ਉਹਦਾ ਬੜਾ ਭਲਾ ਹੁੰਦਾ ਹੈ ਜੀ। ਸੋ ਆਪਣੇ ਮਨ ਵਿੱਚ ਆਪਣੇ ਸਤਿਗੁਰਾਂ ਦੇ ਦਰਸ਼ਨਾਂ ਦਾ ਖਿਆਲ ਬਣਾਇਆ ਕਰੋ। ਹੋਰ ਵੀ ਤੇ ਮਨ ਵਿੱਚ ਆਪਾਂ ਖਿਆਲ ਬਣਾਉਂਦੇ ਹੀ ਆ, ਇਹ ਵੀ ਖਿਆਲ ਬਣਾਇਆ ਕਰੋ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਦੇ ਸਨ, ਮਹਾਰਾਜ ਇਸ ਤਰ੍ਹਾਂ ਦੇ ਲੱਗਦੇ ਸੀਗੇ। ਇਹ ਖਿਆਲ ਵੀ ਆਪਣੇ ਮਨ ਵਿੱਚ ਬਣਾਇਆ ਕਰੀਏ ਜੀ। ਹੁਣ ਆਓ ਅੱਗੋਂ ਕਥਾ ਪ੍ਰਸੰਗ ਆਪਾਂ ਸਰਵਣ ਕਰੀਏ। ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ
केहरी गवन पग पंकज रवन चलो, सभा के स्थान में पयान आप कीन्यो। ਆਪ ਕੀਨਿਓ। ਗਰੀਬ ਨਵਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕੀਤੀ ਜੀ। ਮਹਾਰਾਜ ਜੀ ਫਿਰ ਜਿਵੇਂ ਸ਼ੇਰ ਤੁਰਦਾ ਨਾ ਜੀ ਆਪਣੀ ਮਸਤ ਚਾਲੇ ਜੀ, ਗੁਰੂ ਸਾਹਿਬ ਜੀ ਮਹਾਰਾਜ ਬੜੇ ਮਸਤ ਚਾਲੇ, ਤਿਆਰ ਬਰ ਤਿਆਰ ਹੋ ਕੇ ਸੋਹਣੇ ਚਰਨ ਕਮਲਾਂ ਦੇ ਨਾਲ ਮਹਾਰਾਜ ਜੀ ਅੱਗੇ ਵੱਧ ਰਹੇ ਨੇ। ਕਹਿੰਦੇ ਆ ਸਭਾ ਕੇ ਸਥਾਨ ਮੈਂ ਪਿਆਨ ਆਪ ਕੀਨਿਓ। ਤੇ ਜਿੱਥੇ ਸਭਾ ਲੱਗਦੀ ਹੈ, ਜਿੱਥੇ ਗੁਰੂ ਕੀਆਂ ਸੰਗਤਾਂ ਸੱਜਦੀਆਂ ਹਨ, ਉੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਤੁਰ ਕੇ ਜਾ ਰਹੇ ਹਨ। ਹਾਂਜੀ। कंचन सिंहासन पे बैठे सुख आसन सो। ਹਜੂਰ ਗਰੀਬ ਨਵਾਜ ਫਿਰ ਆਪਣੇ ਆਸਣ ਉੱਤੇ ਬੈਠੇ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਜਿਹੜਾ ਮਹਾਰਾਜ ਦਾ ਆਸਣ ਸੀ ਨਾ ਜੀ, ਉਹਦੇ ਉਸ ਪਲੰਘੇ ਦੇ ਜਿਹੜੇ ਪਾਵੇ ਸੀਗੇ ਉਹ ਗੁਰਸਿੱਖਾਂ ਨੇ ਸੋਨੇ ਦੇ ਬਣਵਾਏ ਹੋਏ ਸੀਗੇ ਜੀ। ਇੰਨਾ ਸਤਿਕਾਰ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ। ਵੇਖੋ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਤੁਸੀਂ ਕਹੋਗੇ ਐਵੇਂ ਹੀ ਗੱਲ ਲਿਖ ਦਿੱਤੀ, ਨਹੀਂ। ਆ ਮੈਂ ਵੇਖ ਰਿਹਾ ਸਾਂ ਹਿੰਦੂ ਧਰਮ ਦੇ ਜਿਹੜੇ ਸ਼ੰਕਰਾਚਾਰਿਆ ਨੇ ਸਾਧ ਸੰਗਤ ਜੀ, ਉਹਨਾਂ ਦਾ ਆਸਣ ਚਾਂਦੀ ਦਾ ਹੁੰਦਾ ਜੀ। ਜਿੱਥੇ ਜਾਂਦੇ ਆਸਣ ਵੀ ਨਾਲ ਹੀ ਜਾਂਦਾ ਜੀ ਉਹਨਾਂ ਦਾ। ਚਾਂਦੀ ਦਾ ਇੱਕ ਆਸਣ ਬਣਾਇਆ ਜੀ ਉਹਨਾਂ, ਉਹ ਜਿੱਥੇ ਜਾਂਦੇ ਨਾਲ ਆਸਣ ਵੀ ਜਾਂਦਾ ਜੀ ਉਹਨਾਂ ਦਾ। ਤੇ ਮਹਾਰਾਜ ਤੇ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਜੀ ਮਹਾਰਾਜ ਵਾਸਤੇ ਸੋਨੇ ਦਾ ਪਲੰਘਾ ਗੁਰਸਿੱਖਾਂ ਨੇ ਬਣਾਇਆ ਸਤਿਗੁਰਾਂ ਵਾਸਤੇ ਜੀ। ਹਜੂਰ ਮਹਾਰਾਜ ਉਸ ਆਸਣ ਦੇ ਉੱਤੇ ਜਾ ਕੇ, ਉਸ ਪਲੰਘੇ ਦੇ ਉੱਤੇ ਜਾ ਕੇ ਬੜੇ ਹੀ ਪਿਆਰ ਨਾਲ ਸੱਜ ਗਏ ਜੀ। ਨਿਕਟ ਸਰਾਸਨ ਟਿਕਾਏ ਦ੍ਰਿੜ ਲੀਨਿਓ। ਤੇ ਗਰੀਬ ਨਵਾਜ ਮਹਾਰਾਜ ਨੇ ਨਾ ਸਰਾਣੇ ਵਾਲੇ ਪਾਸੇ ਧਨੁਸ਼ ਰੱਖ ਦਿੱਤਾ ਜੀ, ਕਮਾਨ ਰੱਖ ਦਿੱਤਾ ਆਪਣਾ। ਹਾਂਜੀ। ਚੌਰਦਾਰ ਚੌਰ ਚਾਰ ਚਾਰ ਦਿਸ਼ ਢੋਰ ਕਰ। ਤੇ ਚੌਰ ਬਰਦਾਰ ਗੁਰੂ ਦਾ ਸਿੱਖ। ਹਾਂਜੀ। ਚੌਰਦਾਰ ਚੌਰ ਚਾਰ ਚਾਰ ਦਿਸ਼ ਢੌਰ ਕਰ। ਹੁਣ ਭਾਈ ਸੰਤੋਖ ਸਿੰਘ ਜੀ ਦੀ ਨਿੰਦਿਆ ਤੇ ਕਰ ਦਿੰਦੇ ਜੀ ਸਾਡੇ ਬੰਦੇ। ਇਹੋ ਜੀ ਰਚਨਾ ਲਿਖਣਗੇ ਕਿੱਥੋਂ ਜੀ? ਕਿੰਨੀ ਵਾਰੀ ਚੱਚੇ ਵਰਤ ਦਿੱਤੇ ਜੀ, ਹਰ ਵਾਰ ਅਰਥ ਵੱਖਰਾ ਜੀ। ਚੌਰਦਾਰ, ਚੌਰਦਾਰ ਦਾ ਅਰਥ ਹੁੰਦਾ ਚੌਰ ਬਰਦਾਰ, ਚੌਰ ਸਾਹਿਬ ਕਰਨ ਵਾਲਾ ਗੁਰੂ ਕਾ ਪਿਆਰਾ ਸਿੱਖ। ਚੌਰ ਚਾਰ, ਚਾਰ ਦਾ ਅਰਥ ਹੈ ਸੋਹਣਾ ਜੀ। ਹਾਂਜੀ। ਚੌਰ ਬਰਦਾਰ ਬੜਾ ਸੋਹਣਾ ਚੌਰ ਕਰ ਰਿਹਾ ਜੀ। ਕਿਵੇਂ? ਚਾਰ ਦਿਸ਼ ਢੌਰ ਕਰ, ਚਾਰੇ ਪਾਸੇ ਚੌਰ ਕਰਦਾ ਜੀ। ਬੜੇ ਪਿਆਰ ਨਾਲ ਸਤਿਗੁਰੂ ਜੀ ਦੇ ਸੀਸ ਉੱਤੇ ਉੱਚਾ ਚੌਰ ਬਰਦਾਰ ਬਹੁਤ ਸੋਹਣਾ ਚੌਰ ਸਾਹਿਬ ਕਰ ਰਿਹਾ ਹੈ। ਭਾਵ ਚੌਰ ਸਾਹਿਬ ਕਰਨ ਦਾ ਤਰੀਕਾ ਬੜਾ ਸੋਹਣਾ ਜੀ ਉਹਦਾ ਜੀ। ਹਾਂਜੀ। ਸ਼ੋਭਾ ਕੋ ਬੜਾਵੇ ਸਮ ਕਿਰਨੋਂ ਕੀ ਚੀਨਿਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਕਹਿੰਦੇ ਉਹ ਤੇ ਸੂਰਜ ਦੀਆਂ ਕਿਰਨਾਂ ਵਾਂਗੂ ਚਮਕੰਦੇ ਆ ਚੌਰ ਸਾਹਿਬ। ਹਾਂਜੀ। ਉਹ ਸੋਭਾ ਵਧਾ ਰਿਹਾ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਬੇਨਤੀ ਹੈ, ਜਿਨ੍ਹਾਂ ਗੁਰਸਿੱਖਾਂ ਨੇ ਚੌਰ ਸਾਹਿਬ ਕਰਨਾ ਨਾ ਜੀ, ਕਥਾ ਬੜੀ ਦੂਰ ਤੱਕ ਜਾ ਰਹੀ ਹੈ। ਚੌਰ ਸਾਹਿਬ ਉੱਚਾ ਕਰਨਾ ਜੀ, ਬੜੇ ਹੀ ਪਿਆਰ ਨਾਲ ਕਰਨਾ ਜੀ। ਐਸਾ ਚੌਰ ਸਾਹਿਬ ਗੁਰੂ ਕਾ ਸਿੱਖ ਕਰੇ ਵੀ ਦਰਸ਼ਨ ਕਰਨ ਵਾਲਾ ਦਰਸ਼ਨ ਹੀ ਕਰਦਾ ਰਹਿ ਜੇ ਜੀ। ਮਹਾਰਾਜ ਜੀ ਦੀ ਬੜੀ ਸ਼ੋਭਾ ਵੱਧ ਰਹੀ ਹੈ। ਫਰਸ਼ ਅਨੇਕ ਰੰਗ ਸਜਿਓ ਸਭ ਬਿਉਂਤ ਸੰਗ। ਬੜੀ ਸੋਹਣੀ ਵਿਛਾਈ ਕੀਤੀ ਗਈ ਹੈ ਥੱਲੇ। ਸਭਾ ਮੈਂ ਸੁਗੰਧਤਾ ਕੀ ਗੰਗ ਸ਼ੋਰ ਦੀਨਿਓ। ਹੁਣ ਸਾਰੀਆਂ ਗੱਲਾਂ ਧਿਆਨ 'ਚ ਰੱਖਣੀਆਂ। ਗੁਰੂ ਦੇ ਦਰਬਾਰ ਵਿੱਚ ਸੁਗੰਧੀਆਂ ਆ ਰਹੀਆਂ ਨੇ ਜੀ। ਸੁਗੰਧੀਆਂ ਦਾ ਪ੍ਰਬੰਧ ਕੀਤਾ ਗਿਆ ਜੀ। ਬਹੁਤ ਸੋਹਣੀ ਸੁਗੰਧੀ ਆ ਰਹੀ ਹੈ। ਸੁਗੰਧੀਆਂ ਛਿੜਕੀਆਂ ਗਈਆਂ ਹਨ। ਮਹਾਰਾਜ ਦੀ ਸਭਾ ਹੋਣੀ ਇਸ ਤਰ੍ਹਾਂ ਦੀ ਚਾਹੀਦੀ ਹੈ। ਵਿਛਾਈ ਵਧੀਆ ਤੇ ਹਾਲ ਵਿੱਚ ਦਰਬਾਰ ਵਿੱਚ ਬਦਬੂ ਨਹੀਂ ਆਉਣੀ ਚਾਹੀਦੀ। ਹਾਂਜੀ। ਆਇਓ ਨੰਦ ਚੰਦ ਕਰ ਬੰਦਨਾ ਕੋ ਦਇਆ ਰਾਮ। ਭਾਈ ਨੰਦ ਚੰਦ ਜੀ ਆਏ, ਦਇਆ ਰਾਮ ਜੀ ਆਏ। ਉਹਨਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਪ੍ਰੋਧਾ ਮਹਾਬੀਰ ਤੀਨ ਭਰਾਤ ਥਿਰੇ ਥਾਨ ਮੈਂ। ਤੇ ਸਾਧ ਸੰਗਤ ਜੀ, ਸਤਿਗੁਰਾਂ ਦੇ ਤਿੰਨ ਭਰਾ, ਬੀਬੀ ਵੀਰੋ ਜੀ ਦੇ ਪੁੱਤਰ,
ਉਹ ਵੀ ਸਾਧ ਸੰਗਤ ਜੀ ਨਮਸਕਾਰ ਕਰਕੇ ਆਪੋ ਆਪਣੀ ਥਾਂ ਉੱਤੇ ਬੈਠ ਗਏ। ਬ੍ਰਿੰਦ ਜੇ ਮਸੰਦ ਧਨ ਸੰਚਤ ਬਿਲੰਦ ਡੀਲ। ਹੋਰ ਵੀ ਗੁਰੂ ਕੇ ਮਸੰਦ ਸਿੱਖ ਜਿਹੜੇ ਸੰਗਤਾਂ ਪਾਸੋਂ ਦਸਵੰਧ ਦੀ ਮਾਇਆ ਇਕੱਠੀ ਕਰਦੇ ਸਨ। ਬੈਠੇ ਜਥਾ ਜੋਗ ਸਭ ਆਨ ਕੈ ਦੀਵਾਨ ਮੈਂ। ਸਾਰੇ ਜਥਾ ਜੋਗ ਆ ਕੇ ਦੀਵਾਨ ਅਸਥਾਨ ਤੇ ਬੈਠ ਗਏ ਜੀ। ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠ ਗਏ ਜੀ। ਹਾਂਜੀ। ਐਂਠਦਾਰ ਵੀਰਬਾਰ ਧਾਰ ਕੈ ਸਰੀਰ ਚਾਰ। ਐਂਠਦਾਰ ਵੀਰਬਾਰ ਧਾਰ ਕੇ ਸਰੀਰ ਚੀਰ। ਹਾਂਜੀ। ਆਏ ਸੁਨ ਸੁਨ ਧਾਰ ਆਯੁਧ ਕੋ ਪਾਨ ਮੈਂ। ਤੇ ਸਤਿਗੁਰਾਂ ਦੇ ਸਿਪਾਹੀਆਂ ਨੇ ਥੋੜੀ ਮਗਰ ਰਹਿਣਾ ਸੀਗਾ ਜੀ। ਮਹਾਰਾਜ ਜੀ ਦੀਆਂ ਫੌਜਾਂ ਵੀ ਆ ਗਈਆਂ ਸਾਰੀਆਂ ਜੀ। ਸੋਹਣੇ ਕੱਪੜੇ ਪਾ ਕੇ, ਸੋਹਣੇ ਸ਼ਸਤਰ ਸਜਾ ਕੇ ਉਹ ਵੀ ਆ ਕੇ ਬੈਠ ਗਏ। ਨਾਲੇ ਸਭ ਨੂੰ ਪਤਾ ਸੀ ਵੀ ਭੀਮ ਚੰਦ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ। ਤੇ ਸਭਾ ਵੀ ਫਿਰ ਦਰਸ਼ਨ ਹੀ ਹੋਣੀ ਚਾਹੀਦੀ ਨਾ ਮਹਾਰਾਜ ਦੀ। ਹਾਂਜੀ। ਮਾਤੁਲ ਕਿਰਪਾਲ ਬਹੁ ਜੋਧਾ ਜਿਸ ਨਾਲ ਆਏ। ਤੇ ਮਾਮਾ ਕਿਰਪਾਲ ਚੰਦ ਜੀ, ਮਾਮਾ ਕਿਰਪਾਲ ਚੰਦ ਜੀ ਦੇ ਨਾਲ ਵੀ ਗੁਰੂ ਕੇ ਸਿੱਖ ਆਏ ਜੀ। ਧੀਰਜ ਵਿਸਾਲ ਉਰ ਬਾਕਨ ਬਖਾਨ ਮੈਂ। ਉਹ ਵੀ ਬੜੇ ਧੀਰਜਵਾਨ ਨੇ ਜੀ। ਗੱਲਬਾਤ ਦਾ ਬੜਾ ਤਰੀਕਾ ਹੈ ਮਾਮਾ ਕਿਰਪਾਲ ਚੰਦ ਜੀ ਨੂੰ ਜੀ। ਭੇਜਿਓ ਚੋਬਦਾਰ ਲਿਆਓ ਭੂਪ ਕੋ ਹਕਾਰ ਕਰ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਮਹਾਰਾਜ ਨੇ ਚੌਬਦਾਰ ਭੇਜਿਆ ਸਿੱਖ। ਮਹਾਰਾਜ ਕਹਿੰਦੇ ਜਾਓ ਹੁਣ ਰਾਜੇ ਨੂੰ ਸੱਦ ਕੇ ਲੈ ਕੇ ਆਵੋ। ਪਾਏ ਕੇ ਰਜਾਏ ਤਾਤ ਕਾਲ ਤਾਹੇ ਆਨਿਓ। ਉਸੇ ਵੇਲੇ ਗੁਰੂ ਕਾ ਸਿੱਖ ਚੌਬਦਾਰ ਗਿਆ। ਰਾਜਾ ਭੀਮ ਚੰਦ ਆਪਣੇ ਤੰਬੂ ਵਿੱਚ ਬੈਠਾ ਸੀਗਾ ਜੀ। ਉਹਨੇ ਕਿਹਾ ਰਾਜਾ ਜੀ ਆਪ ਜੀ ਨੂੰ ਸਤਿਗੁਰੂ ਜੀ ਬੁਲਾ ਰਹੇ ਹਨ। ਬਸ ਜੀ ਰਾਜਾ ਉਸੇ ਵੇਲੇ ਹੀ ਤੁਰ ਪਿਆ ਜੀ। ਤਤਕਾਲ ਹੀ ਤੁਰ ਪਿਆ। ਬੀਰਨ ਵਜ਼ੀਰਨ ਕੋ ਸੰਗ ਲੈ ਬਹੁ। ਬੀਰਨ ਵਜ਼ੀਰ ਕੋ ਸੰਗ ਲੈ ਬਹੁ ਭੀਰ ਬਹੁ। ਬਹੀਰ ਬਹੁ। ਸਾਧ ਸੰਗਤ ਜੀ ਉਹ ਵੀ ਆਪਣੇ ਨਾਲ ਵਜ਼ੀਰ ਲੈ ਕੇ ਆਇਆ, ਸਿਪਾਹੀ ਲੈ ਕੇ ਆਇਆ। ਕਿਉਂ ਰਾਜਾ ਨਾ ਜੀ, ਤੇ ਆਪਣਾ ਆਪਾ ਵਿਖਾਉਣ ਦਾ ਵੀ ਉਹਨੂੰ ਮੌਕਾ ਮਿਲਣਾ ਚਾਹੀਦਾ ਜੀ। ਸੋ ਆਪਣੇ ਨਾਲ ਸਿਪਾਹੀ ਲੈ ਕੇ ਆਇਆ ਜੀ। ਉਹ ਬੜੇ ਵਜ਼ੀਰ ਲੈ ਕੇ ਆਇਆ ਆਪਣਾ। ਆਨ ਭੀਮ ਚੰਦ ਨੇ ਪ੍ਰਣਾਮ ਪੱਗ ਠਾਨਿਓ। ਵਾਹ ਜੀ ਵਾਹ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਸਾਰੇ ਵਾਹਿਗੁਰੂ। ਤੇ ਫਿਰ ਭੀਮ ਚੰਦ ਰਾਜਾ ਉੱਚਾ ਲੰਮਾ ਨਾਲ ਸਿਪਾਹੀ ਸਤਿਗੁਰੂ ਜੀ ਦੀ ਸਭਾ ਵਿੱਚ ਆਇਆ ਤਾਂ ਉਹਨੇ ਮਹਾਰਾਜ ਨੂੰ ਮੱਥਾ ਟੇਕਿਆ ਜੀ ਆ ਕੇ। ਹਾਂਜੀ। ਗੁਰੂ ਸਾਹਿਬ ਨੇ ਨਹੀਂ ਮੱਥਾ ਟੇਕਿਆ ਜੀ, ਰਾਜੇ ਨੇ ਮੱਥਾ ਟੇਕਿਆ ਸਾਡੇ ਸਤਿਗੁਰੂ ਜੀ ਨੂੰ। ਅਰਪ ਅਕੋਰਨ ਕੋ ਹਾਥ ਜੋਰ ਪ੍ਰਭੂ ਔਰ। ਹਾਂਜੀ। ਬੈਠਿਓ ਸੋ ਬਿਲੋਕ ਮੋਦ ਪ੍ਰਸ਼ਨ ਬਖਾਨਿਓ। ਉਹਨੇ ਭੇਟਾਵਾਂ ਭੇਟਾਂ ਕੀਤੀਆਂ ਜੀ। ਅਰਪ ਅਕੋਰਨ ਕੋ ਹਾਥ ਜੋਰ ਪ੍ਰਭੂ ਔਰ। ਮਹਾਰਾਜ ਵੱਲ ਇੰਝ ਹੱਥ ਜੋੜ ਲਏ ਜੀ ਉਹਨੇ ਜੀ। ਇਸ ਤਰ੍ਹਾਂ ਹੱਥ ਜੋੜ ਕੇ ਬਹਿ ਗਿਆ। ਹੇਠਾਂ ਬੈਠਾ ਜੀ, ਥੱਲੇ ਸੰਗਤ 'ਚ ਬੈਠਾ ਆ ਕੇ ਜੀ। ਬੈਠਿਓ ਸੋ ਬਿਲੋਕ ਮੋਦ ਪ੍ਰਸ਼ਨ ਬਖਾਨਿਓ। ਜਦੋਂ ਆ ਕੇ ਰਾਜਾ ਬੈਠ ਗਿਆ ਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਰਾਜੇ ਨੂੰ ਵੇਖ ਕੇ ਕਹਿਣ ਲੱਗੇ, ਪ੍ਰਸ਼ਨ ਕੀਤਾ ਮਹਾਰਾਜ ਨੇ, ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਬਿਆਨ ਸਭ। ਮਹਾਰਾਜ ਕਹਿਣ ਲੱਗੇ ਰਾਜਾ ਜੀ ਦੱਸੋ ਠੀਕ ਹੋ। ਆਖੋ ਵਾਹਿਗੁਰੂ। ਵਾਹਿਗੁਰੂ। ਗੱਜ ਕੇ ਵਾਹਿਗੁਰੂ। ਰਾਜਾ ਜੀ ਰਾਜੀ ਹੋ। ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਰਾਜੀ ਖੁਸ਼ੀ ਹਾਂ। ਹਾਂਜੀ। ਦੁਲਬ ਦਰਸਤੇ ਹਰਖ ਉਰ ਮਾਨਿਓ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਬੜਾ ਖੁਸ਼ ਹੋ ਗਿਆ। ਵੇਖੋ ਪ੍ਰਭਾਵ ਤੇ ਹੁੰਦਾ ਜੀ। ਸੰਗਤ ਜੀ ਗੁਰੂ ਸਾਹਿਬ ਬੜੇ ਵੱਡੇ ਨੇ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਬਹੁਤ ਵੱਡੇ ਨੇ, ਬਹੁਤ ਵੱਡੇ ਨੇ, ਬਹੁਤ ਜ਼ਿਆਦਾ ਵੱਡੇ ਨੇ। ਗੁਰੂ ਦੇ ਪਿਆਰਿਆਂ ਦਾ ਪ੍ਰਭਾਵ ਨਹੀਂ ਮਾਣਦੀ। ਜੇ ਕੋਈ ਮਹਾਰਾਜ ਦਾ ਪਿਆਰਾ ਹੋਵੇ, ਬੰਦਗੀ ਵਾਲਾ ਜੀ, ਬੈਠਾ ਹੋਵੇ, ਉਹਦਾ ਪ੍ਰਭਾਵ ਹੁੰਦਾ ਜੀ।
ਉਹ ਕਹਿੰਦੇ, ਰਾਜਾ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੈਂ ਬੜਾ ਹੀ ਖੁਸ਼ ਹੋਇਆ ਹਾਂ। ਹਾਂਜੀ, ਕਰਾਮਾਤ ਸਾਹਿਬ ਅਜਾਇਬ ਚਰਿਤ੍ਰ ਤੁਮ। ਇਹ ਵੀ ਪਤਾ ਜੀ। ਕਹਿੰਦਾ ਮਹਾਰਾਜ ਤੁਹਾਡੇ ਚ ਕਰਾਮਾਤਾਂ ਨੇ, ਤੁਸੀਂ ਮਾਲਕ ਹੋ ਸੱਚੇ ਪਾਤਸ਼ਾਹ ਸਾਡੇ। ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ। ਪਤਾ ਨਹੀਂ ਕੀ ਗੱਲ ਹੈ, ਮੇਰਾ ਮਨ ਫੇਰ ਦਿੰਦੇ ਤੇ ਕਦੀ ਹੋਰ ਤਰ੍ਹਾਂ ਦਾ ਬਣਾ ਦਿੰਦੇ ਹੋ ਤੇ ਕਦੀ ਹੋਰ ਤਰ੍ਹਾਂ ਦਾ ਬਣਾ ਦਿੰਦੇ ਹੋ। ਵੇਖੋ, ਇਹ ਤੇ ਰਾਜੇ ਨੇ ਸੱਚ ਹੀ ਕਿਹਾ ਜੀ। ਹਾਂਜੀ, ਕਿਉਂ ਖੇਡ ਤੇ ਮਹਾਰਾਜ ਦੀ ਹੈਗੀ ਸਾਰੀ। ਮਹਾਰਾਜ ਫੇਰ ਮਨ ਦੇਤ ਹੋ ਕਿ ਫੇਰ ਮਨ ਲੇਤ ਹੋ। ਪਹਿਲਾਂ ਮੇਰਾ ਮਨ ਫੇਰ ਦਿੰਦੇ ਹੋ, ਫੇਰ ਮਨ ਫੇਰ ਲੈਂਦੇ ਹੋ। ਵੀ ਮੇਰੇ ਮਨ 'ਚ ਕਦੀ ਸ਼ਰਧਾ ਪੈਦਾ ਹੋ ਜਾਂਦੀ ਹੈ, ਕਦੀ ਮਹਾਰਾਜ ਮੇਰੇ ਮਨ 'ਚ ਤਰਕਾਂ ਪੈਦਾ ਹੋ ਜਾਂਦੀਆਂ ਨੇ। ਮੋਤੇ ਅਪਰਾਧ ਭਇਓ ਭੂਲ ਕੈ ਅਸਾਧ ਥਿਓ। ਹੁਣ ਮਾਫੀ ਮੰਗਦਾ ਜੀ। ਕਹਿੰਦਾ ਮਹਾਰਾਜ ਮੈਂ ਅਪਰਾਧ ਕੀਤਾ ਹੈ, ਮੈਂ ਭੁੱਲ ਕੀਤੀ ਹੈ ਮਹਾਰਾਜ। ਅਧਿਕ ਉਪਾਏ ਕਿਉ ਦ્વੈਸ਼ ਬਿਨ ਹੇਤ ਹੋ। ਬਿਨਾਂ ਕਿਸੇ ਕਾਰਨ ਤੋਂ ਮੈਂ ਦ્વੈਸ਼ ਕੀਤਾ ਮਹਾਰਾਜ। ਐਵੇਂ ਹੀ ਆਪ ਜੀ ਨਾਲ ਈਰਖਾ ਕੀਤੀ ਜੀ। ਹਾਂਜੀ, ਰਾਵਰੋ ਬਿੰਦ ਬਖਸ਼ਿੰਦ ਸਿਨਿਓ ਬ੍ਰਿੰਦ ਹੂੰ ਤੇ ਆਪ ਜੀ ਦਾ ਬਿਰਦ ਕੀ ਹੈ? ਮੈਂ ਸੁਣਿਆ ਵਾ, ਰਾਵਰੋ ਬਿਰਦ ਬਖਸ਼ਿੰਦ ਸੁਣਿਓ ਬ੍ਰਿੰਦ ਹੂੰ ਤੇ। ਬ੍ਰਿੰਦ ਕਹਿੰਦੇ ਸਾਰਿਆਂ ਤੋਂ। ਕਹਿੰਦਾ ਮਹਾਰਾਜ ਮੈਂ ਸਾਰਿਆਂ ਤੋਂ ਹੀ ਸੁਣਿਆ ਕਿ ਤੁਸੀਂ ਬਹੁਤ ਬਖਸ਼ਿੰਦ ਹੋ। ਸਤਿਗੁਰੂ ਤੁਸੀਂ ਬਹੁਤ ਮਿਹਰਬਾਨ ਹੋ, ਬੜਾ ਬਖਸ਼ਣ ਹਾਰ ਵਾਲਾ ਸੁਭਾਅ ਤੁਹਾਡਾ ਸਤਿਗੁਰੂ ਜੀ। ਬਖਸ਼ੋ ਖਿਮਾ ਕੇ ਨਿਧ ਕਰੁਣਾ ਨਿਕੇਤ ਹੋ। ਤੇ ਹੁਣ ਆਪ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ ਤੇ ਸਤਿਗੁਰੂ ਜੀ ਮੈਨੂੰ ਬਖਸ਼ ਵੀ ਲਓ। ਮੇਰੇ ਕੋ ਭੁੱਲ ਹੋ ਗਈ ਮਹਾਰਾਜ। ਹਾਂਜੀ, ਰਾਖੀਏ ਸ਼ਰਨ ਤੁਮ ਧਾਰਨ ਤਰਨ ਰੂਪ। ਹੇ ਮਹਾਰਾਜ ਤੁਸੀਂ ਆਪ ਤੇ ਤਰੇ ਤੇ ਦੂਜਿਆਂ ਨੂੰ ਤਾਰਨ ਵਾਸਤੇ ਧਰਤੀ ਤੇ ਆਏ ਹੋ। ਦੂਜਿਆਂ ਨੂੰ ਤਾਰਨ ਲਈ ਆਏ ਹੋ। ਕਿਉਂ ਆਏ ਗੁਰੂ ਗੋਬਿੰਦ ਸਿੰਘ ਜੀ? ਸਾਧ ਸੰਗਤ ਜੀ, ਪਰਮੇਸ਼ਰ ਨੇ ਦਸ਼ਾ ਵੇਖੀ ਦੁਨੀਆ ਦੀ। ਕੌਣ ਜਗਤ ਕੋ ਪਾਰ ਉਤਾਰਾ? ਦੁਨੀਆ ਦਾ ਪਾਰ ਉਤਾਰਾ ਕੌਣ ਕਰੇਗਾ? ਕਹਿੰਦੇ ਪਰਮੇਸ਼ਰ ਦੀ ਨਿਗਾਹ ਫਿਰ ਹੇਮਕੁੰਟ ਦੀਆਂ ਪਹਾੜੀਆਂ ਤੇ ਟਕਰਾਈ ਦੀ। ਉੱਥੇ ਬੜੇ ਸਾਧੂ ਤਪੱਸਿਆ ਕਰ ਰਹੇ ਸੀਗੇ, ਪਰ ਅਜੇ ਕੋਈ ਪੁੱਗਿਆ ਨਹੀਂ ਸੀਗਾ ਜੀ। ਪੁੱਗਿਆ ਪੂਰਾ ਇੱਕੋ ਹੀ ਸੀ। ਉਸ ਰਿਸ਼ੀ ਦਾ ਨਾਮ ਸੀ ਦੁਸ਼ਟ ਦਮਨ। ਕਹਿੰਦੇ ਪਰਮੇਸ਼ਰ ਨੇ ਕਿਹਾ, ਦੁਸ਼ਟ ਦਮਨ ਧਰਤੀ ਉੱਤੇ ਜਾਓ, ਦੁਨੀਆ ਦੇ ਲੋਕਾਂ ਦੀ ਸਾਰ ਲਓ। ਇਹ ਦੁਨੀਆ ਬਹੁਤ ਦੁਖੀ ਹੈ। ਦੁਸ਼ਟ ਦਮਨ ਨੇ ਅੱਗੋਂ ਉੱਤਰ ਦਿੱਤਾ, ਹੇ ਪਰਮੇਸ਼ਰ ਜੀ ਮੇਰਾ ਇਸ ਧਰਤੀ ਤੇ ਜਾਣ ਨੂੰ ਜੀ ਨਹੀਂ ਕਰਦਾ। ਮਹਾਰਾਜ ਆਪ ਲਿਖਦੇ, ਚਿਤ ਨਾ ਪਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮਹਿ। ਮਹਾਰਾਜ ਕਹਿੰਦੇ ਮੇਰਾ ਤੇ ਆਉਣ ਨੂੰ ਜੀ ਨਹੀਂ ਕਰਦਾ ਧਰਤੀ ਤੇ। ਮੈਂ ਨਹੀਂ ਸੀ ਆਉਣਾ ਚਾਹੁੰਦਾ ਧਰਤੀ ਤੇ। ਮੇਰੀ ਤਾਂ ਸੁਰਤ ਪਰਮੇਸ਼ਰ ਦੇ ਚਰਨਾਂ 'ਚ ਜੁੜੀ ਪਈ ਸੀ, ਪਰ ਆਉਣਾ ਪਿਆ। ਕਿਉਂ? ਦੁਨੀਆ ਨੂੰ ਤਾਰਨ ਵਾਸਤੇ। ਰੱਬ ਗੋਬਿੰਦ ਬਣ ਕੇ ਆ ਗਿਆ ਦੁਨੀਆ ਦੇ ਤਾਰਨੇ ਨੂੰ, ਦੁਨੀਆ ਨੂੰ ਤਾਰਨ ਵਾਸਤੇ। ਕਹਿੰਦਾ ਮਹਾਰਾਜ ਤੁਸੀਂ ਤਾਰਨ ਤਰਨ ਹੋ, ਸੰਸਾਰ ਨੂੰ ਤਾਰਨ ਵਾਲੇ ਹੋ। ਮਹਾਰਾਜ ਮੇਰੇ ਕੋ ਭੁੱਲ ਹੋ ਗਈ ਹੈ, ਹੁਣ ਮੈਨੂੰ ਆਪਣੀ ਸ਼ਰਨ ਵਿੱਚ ਰੱਖਿਓ। ਹਾਂਜੀ, ਕਾਰਨ ਕਰਨ ਬੜੇ ਵੀਰ ਜੰਗ ਖੇਤ ਹੋ। ਤੁਸੀਂ ਮਹਾਰਾਜ ਬੜੇ ਵੱਡੇ ਕਾਰਨ ਕਰਨੇ ਆ, ਬੜੇ ਵੱਡੇ ਕਾਰਜ ਕਰਨੇ ਆ। ਸੱਚੇ ਪਾਤਸ਼ਾਹ ਤੁਸੀਂ ਬਹੁਤ ਵੱਡੇ ਯੋਧੇ ਹੋ, ਸੂਰਮੇ ਹੋ। ਹਾਂਜੀ, ਸੁਨੋ ਅਚਲੇਸ਼ ਦ્વੈਸ਼ ਕਾਰਨ ਅਸ਼ੇਸ਼ ਜੋਈ। ਹੁਣ ਮਹਾਰਾਜ ਬੋਲੇ ਜੀ, ਆਖੋ ਵਾਹਿਗੁਰੂ ਵਾਹਿਗੁਰੂ। ਰਾਜਾ ਭੀਮ ਚੰਦ ਬੈਠਾ ਹੱਥ ਜੋੜ ਕੇ। ਮਹਾਰਾਜ ਕਹਿੰਦੇ ਸੁਨੋ ਅਚਲੇਸ਼ ਦ્વੈਸ਼ ਕਾਰਨ ਅਸ਼ੇਸ਼ ਜੋਈ।
ਮਹਾਰਾਜ ਕਹਿੰਦੇ ਸੁਣ, ਈਰਖਾ ਦਾ ਕਾਰਨ ਕੀ ਹੈਗਾ ਤੇਰੀ? ਤੂੰ ਸਾਡੇ ਨਾਲ ਈਰਖਾ ਕਿਉਂ ਕਰਦਾ ਹੈ? ਪੂਰਬ ਕਰਹਿ ਤੁਮ ਚਿਤ ਜਾਨ ਲੀਜੀਏ। ਮਹਾਰਾਜ ਕਹਿਣ ਲੱਗੇ ਵੈਰ ਤੁਸਾਂ ਪਹਿਲਾਂ ਕੀਤਾ, ਅਸੀਂ ਨਹੀਂ ਕੀਤਾ। ਅਸੀਂ ਹੁਣ ਵੀ ਨਹੀਂ ਕੀਤਾ ਤੇਰੇ ਨਾਲ, ਤੂੰ ਹੀ ਸਾਡੇ ਨਾਲ ਵੈਰ ਕੀਤਾ। ਨਿਪਟ ਕਪਟ ਧਾਰ ਕੁੰਚਰ ਕੇ ਲੈਬੇ ਹੇਤ। ਬਾਰ ਬਾਰ ਪਾਠੇ ਨਰ ਨਿਰਾਧਾਰ ਕੀਜੀਏ। ਮਹਾਰਾਜ ਕਹਿਣ ਲੱਗੇ ਤੂੰ ਚੀਜ਼ਾਂ ਵੇਖ ਕੇ ਭਰਮ ਗਿਆ, ਵਸਤੂਆਂ ਵੇਖ ਕੇ ਭਰਮ ਗਿਆ। ਹਾਥੀ ਲੈਣ ਵਾਸਤੇ ਸਾਡੇ ਨਾਲ ਛਲ ਕਰਦਾ ਰਿਹਾ। ਹਾਥੀ ਲੈਣ ਵਾਸਤੇ ਮਹਾਰਾਜ ਕਹਿੰਦੇ ਕੀ ਹੈਗਾ ਹਾਥੀ? ਕਹਿਣ ਲੱਗੇ ਤੂੰ ਬਾਰ-ਬਾਰ ਬੰਦੇ ਭੇਜਦਾ ਸਾਂ ਸਾਡੇ ਕੋਲ। ਹਾਂਜੀ। ਸ਼ਾਰਮੌਰ ਦੇਸ਼ ਗਏ ਤਾਹਾਂ ਵੀ ਉਪਾਦ ਕਏ। ਮਹਾਰਾਜ ਕਹਿੰਦੇ ਫਿਰ ਅਸੀਂ ਤੇ ਸਾਰਮੌਰ ਦੇਸ਼ ਚਲੇ ਗਏ, ਪਰ ਤੂੰ ਨਹੀਂ ਉੱਥੇ ਵੀ ਟਲਿਆ। ਹਾਂਜੀ। ਸਾਰੇ ਗਿਰ ਧਾਰਨ ਕੀ ਸੈਨਾ ਸੋ ਲਖੀਜੀਏ। ਸਾਰੇ ਪਹਾੜੀ ਰਾਜਿਆਂ ਦੀ ਸੈਨਾ ਉੱਥੇ ਇਕੱਠੀ ਹੋਈ ਸੀ। ਸਤਿਗੁਰੂ ਕਹਿੰਦੇ ਤੁਮਰੇ ਗਰਭ ਬਹੁ ਭਯਨ ਕੋ ਭਇਓ ਉਰ। ਤੇ ਤੁਮਰੇ ਗਰਭ ਬਹੁ ਭਯਨ ਕੋ ਭਇਓ ਉਰ। ਮਹਾਰਾਜ ਕਹਿਣ ਲੱਗੇ ਤੇਰੇ ਮਨ ਚ ਹਉਮੈ ਆ ਗਈ ਸੀਗੀ ਉਦੋਂ। ਹਾਂਜੀ। ਹਮਰੇ ਸਹਾਏ ਅਸਕੇਤ ਕੋ ਜਨੀਜੀਏ। ਕਿਉਂ? ਤੈਨੂੰ ਇਹ ਸੀ ਵੀ ਮੇਰੇ ਭਰਾ ਮੇਰੇ ਨਾਲ ਨੇ, ਸਾਰੇ ਮੇਰੇ ਪਹਾੜੀ ਭਰਾ ਮੇਰੇ ਨਾਲ ਨੇ, ਗੱਲ ਹੀ ਕੋਈ ਨਹੀਂ। ਹਉਮੈ ਆ ਗਈ ਸੀ ਨਾ ਤੈਨੂੰ। ਕਹਿਣ ਲੱਗੇ ਮਹਾਰਾਜ ਕਹਿਣ ਲੱਗੇ ਭੀਮ ਚੰਦ ਤੂੰ ਤੇ ਕਮੀ ਨਹੀਂ ਸੀ ਛੱਡੀ, ਇਹ ਤਾਂ ਪਰਮੇਸ਼ਰ ਨੇ ਸਾਡੀ ਰਾਖੀ ਕੀਤੀ ਹੈ। ਹਮਰੇ ਸਹਾਏ ਅਸਕੇਤ ਕੋ ਜਨੀਜੀਏ। ਹਾਂਜੀ। ਪਾਈ ਜੰਗ ਜੀਤ ਬੇ ਕੀ ਲక్ష్ਮੀ ਪਰਾਜੈ ਰਿਪ। ਹਾਂਜੀ। ਇਸਮ ਆਨੰਦਪੁਰ ਆਪਨੋ ਵਿਚਾਰ ਕਰ। ਮਹਾਰਾਜ ਕਹਿਣ ਲੱਗੇ ਅਸੀਂ ਜੰਗ ਜਿੱਤਣਾ ਸੀ, ਅਸੀਂ ਜੰਗ ਜਿੱਤ ਕੇ ਮੁੜ ਆਪਣੇ ਇਲਾਕੇ ਵਿੱਚ ਆ ਗਏ। ਕਹਿਣ ਲੱਗੇ ਮੁੜ ਆਪਣੇ ਆਨੰਦਪੁਰ ਸਾਹਿਬ ਚ ਆ ਗਏ ਆ। ਹਾਂਜੀ। ਆਨ ਕਾ ਸੰਭਾਰ ਕਰ ਲੋਕਨ ਹਕਾਰ ਕਰ। ਬਾਸ ਕਾ ਉਦਾਰ ਕਰ ਮੋਦ ਨਰ ਨਾਰ ਕਰ। ਅਸੀਂ ਆ ਕੇ ਫਿਰ ਦੁਨੀਆ ਨੂੰ ਆਨੰਦਪੁਰ ਸੱਦ ਲਿਆ, ਅਸੀਂ ਆਪਣਾ ਆਨੰਦਪੁਰ ਮੁੜ ਵਸਾ ਲਿਆ। ਕਹਿਣ ਲੱਗੇ ਸਾਡਾ ਆਨੰਦਪੁਰ ਹੁਣ ਵੀ ਵਸ ਰਿਹਾ ਹੈ। ਸੁਪਟ ਸਧਾਰੈ ਕਿਤ ਘਾਸ ਕੋ ਨਿਹਾਰੈ ਲੇਤ। ਅਪਰ ਬਿਕਾਰ ਕੋ ਕਰਤ ਨ ਆਧਾਰ ਕਰ। ਆਧਾਰ ਕਰ। ਮਹਾਰਾਜ ਕਹਿਣ ਲੱਗੇ ਵੀ ਜੇ ਤੇ ਤੂੰ ਗੱਲ ਕਰੇ ਸਾਡੇ ਸਿੱਖਾਂ ਦੀ, ਉਹ ਘੋੜਿਆਂ ਤੇ ਜਾਂਦੇ ਆ, ਘੋੜੇ ਘਾਹ ਹੀ ਖਾਂਦੇ ਆ ਨਾ ਤੇਰੇ ਇਲਾਕੇ 'ਚ ਜਾ ਕੇ, ਕੁਝ ਹੋਰ ਤੇ ਨਹੀਂ ਨਾ ਛਕਦੇ। ਕਹਿਣ ਲੱਗੇ ਹਾਂਜੀ। ਗੁਰੂ ਘਰ ਸਾਥ ਅਬ ਮਿਲੇ ਜੋਰ ਹਾਥ ਤੁਮ। ਜਾਂ ਤੇ ਹਮ ਸ਼ਿਮਾ ਧਾਰ ਬਰਜੈ ਉਚਾਰ ਕਰ। ਹਜੂਰ ਮਹਾਰਾਜ ਕਹਿਣ ਲੱਗੇ ਹੁਣ ਤੂੰ ਹੱਥ ਜੋੜ ਕੇ ਮੁਆਫੀ ਮੰਗ ਰਿਹਾ ਸਾਡੇ ਤੋਂ, ਤੂੰ ਮੁਆਫੀ ਮੰਗ ਰਿਹਾ ਤੇ ਗੁਰੂ ਘਰ ਬਖਸ਼ਿੰਦ, ਇਸ ਕਰਕੇ ਅਸੀਂ ਤੈਨੂੰ ਮੁਆਫ ਕਰ ਦਿੰਦੇ ਹਾਂ। ਆਖੋ ਵਾਹਿਗੁਰੂ। ਸਾਧ ਸੰਗਤ ਜੀ, ਮੈਂ ਅੱਜ ਦੀ ਸੱਚਾਈ ਦੱਸ ਦਿੰਦਾ। ਰੱਬ ਗੁਰੂ ਬੰਦੇ ਨੂੰ ਮੁਆਫ ਕਰ ਦਿੰਦੇ ਆ। ਬੰਦਾ ਹੀ ਹੈਗਾ ਜਿਹੜਾ ਬੰਦੇ ਨੂੰ ਮਾਫ ਕਰਕੇ ਰਾਜੀ ਨਹੀਂ ਹੈਗਾ ਜੀ। ਬੰਦਾ ਨਹੀਂ ਮਾਫ ਕਰਦਾ ਜੀ, ਰੱਬ ਮਾਫ ਕਰ ਦਿੰਦਾ ਜੀ। ਗੁਰੂ ਸਾਹਿਬ ਮਾਫ ਕਰ ਦਿੰਦੇ ਵੀ ਕੋਈ ਨਹੀਂ, ਗਲਤੀ ਹੋ ਗਈ ਹੈ, ਇਹਦੇ ਤੋਂ ਭੁੱਲ ਹੋ ਗਈ ਹੈ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾ, ਤੈਨੂੰ ਮਾਫ ਕੀਤਾ ਪਰ ਤੈਨੂੰ ਵਰਜਦੇ ਵੀ ਆ, ਅੱਗੇ ਤੋਂ ਇੰਜ ਨਾ ਕਰੀ ਸਾਡੇ ਨਾਲ। ਹਾਂਜੀ। ਸੁਣ ਭੀਮ ਚੰਦ ਹਿਰਦੈ ਅਨਕ ਆਨੰਦ ਕਰ। ਸੁਣ ਕੇ ਹਿਰਦੈ ਅਧਿਕ ਆਨੰਦ ਕਰ। ਬਹੁਤ ਖੁਸ਼ ਹੋਇਆ ਜੀ ਭੀਮ ਚੰਦ, ਕਲੇਸ਼ ਟਲ ਗਈ ਨਾ ਜੀ ਉਹਦੀ ਜੀ। ਹਾਂਜੀ। ਬੋਲਿਓ ਹੱਥ ਬੰਦ ਤੁਮ ਗੁਣ ਕੇ ਨਿਕੇਤ ਹੋ। ਹੱਥ ਜੋੜੇ ਹੱਥ। ਭੀਮ ਚੰਦ ਕਹਿੰਦਾ ਮਹਾਰਾਜ ਸੁਣਿਆ ਸੀ ਵੀ ਲੋਕ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ 'ਚ ਬੜੇ ਗੁਣ ਨੇ, ਮਹਾਰਾਜ ਅੱਜ ਵੇਖ ਵੀ ਲਿਆ ਹੈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਤੈਸੋ ਹੀ ਮੈਂ ਡੀਠ। ਮਹਾਰਾਜ ਤੁਹਾਡੇ ਵਿੱਚ ਤਾਂ ਵਾਕਈ ਬੜੇ ਗੁਣ ਨੇ। ਖਿਮਾ ਕਰਤ ਮਹਾ ਤਪ ਜਾਨ। ਕਿਸੇ ਨੂੰ ਮਾਫ ਕਰਨਾ ਬੜਾ ਵੱਡਾ ਤਪ ਹੈ ਸਾਧ ਸੰਗਤ ਜੀ। ਮਹਾਰਾਜ ਬੜੀ ਤੁਸੀਂ ਕਿਰਪਾ ਕੀਤੀ, ਮੈਨੂੰ ਮਾਫ ਕਰ ਦਿੱਤਾ। ਹਾਂਜੀ। ਸ਼ਰਨ ਪਰਤ ਹੇਰ ਰਸ਼ੀਆ ਕੋ ਕਰਤ ਫੇਰ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਤੁਹਾਡੀ ਸ਼ਰਨ ਪਵੇ ਤੁਸੀਂ ਉਹਦੀ ਰੱਖਿਆ ਕਰਦੇ ਹੋ।
ਆਪ ਸੁਖ ਸੰਗ ਬਸੋ ਸਭ ਸੁਖ ਦੇਤ ਹੋ। ਬਸ ਮੈਂ ਬੇਨਤੀ ਕਰਦਾ, ਮੇਰੀ ਵੀ ਰੱਖਿਆ ਕਰਿਓ। ਤੁਸੀਂ ਸੁੱਖ ਨਾਲ ਆਨੰਦਪੁਰ ਸਾਹਿਬ ਚ ਰਹੋ, ਅਸੀਂ ਤੁਹਾਡੇ ਦਰਸ਼ਨ ਕਰਿਆ ਕਰੀਏ। ਹਾਂਜੀ ਕਾਹਲੂਰ ਦੇਸ਼ ਜੋ ਵਿਸ਼ੇਸ਼ ਹੈ ਅਸ਼ੇਸ਼ ਲਖੋ। ਆਪਨੋ ਪਛਾਨ ਕੈ ਹਮੇਸ਼ ਸੁਧ ਲੇਤ ਹੋ। ਸੱਚੇ ਪਾਤਸ਼ਾਹ, ਕਹਿਲੂਰ ਰਿਆਸਤ ਵੀ ਤੁਹਾਡੀ ਹੈ। ਆਪਣੇ ਜਾਣ ਕੇ ਚਰਨ ਪਾਇਆ ਕਰੋ, ਆਪਣਾ ਇਲਾਕਾ ਜਾਣ ਕੇ ਸਾਡੀ ਖਬਰਸਾਰ ਲੈਂਦੇ ਰਿਹਾ ਕਰੋ। ਅੰਤਰੋ ਨ ਕਰੈ ਹਮ ਸਦਾ ਅਨੁਸਾਰੈ ਹੋਏ। ਕਹਿੰਦਾ ਮਹਾਰਾਜ ਮੈਂ ਹੁਣ ਕਦੀ ਫਰਕ ਨਹੀਂ ਕਰਾਂਗਾ, ਮੈਂ ਤੁਹਾਡੇ ਅਧੀਨ ਰਹਾਂਗਾ। ਸੇਵਾ ਕੋ ਸਨੇਹ ਧਰੈ ਕੁਐ ਨਾ ਪੁੰਨ ਭੇਤ ਹੋ। ਸੇਵਾ ਵਾਸਤੇ ਸਦਾ ਹੀ ਸਨੇਹ ਧਾਰਾਂਗਾ, ਕੋਈ ਭੇਦਭਾਵ ਨਹੀਂ ਕਰਾਂਗਾ। ਹਾਂਜੀ ਸੁਨ ਮੁਸਕਾਨੇ ਪ੍ਰਭੂ ਬਹੁਰੋ ਬਖਾਨੇ ਬੈਨ। ਵਾਹਿਗੁਰੂ ਆਖੋ, ਵਾਹਿਗੁਰੂ ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਨੂੰ ਪਤਾ ਵੀ ਗੱਲਾਂ ਇੱਥੇ ਹੀ ਰਹਿ ਜਾਣਗੀਆਂ। ਹਾਂਜੀ ਅਜੇ ਤੇ ਹੋਰ ਜੰਗਾਂ, ਇਹਦੇ ਤੇ ਇੱਕੋ ਜੰਗ ਹੋਈ ਹੈ ਤੇ 14 ਹੋਣੀਆਂ। ਮਹਾਰਾਜ ਮੁਸਕਰਾ ਪਏ ਜੀ। ਉਹ ਭਾਵੇਂ ਜਿਵੇਂ ਵੀ ਕਹਿ ਰਿਹਾ ਗੱਲਾਂ, ਪਰ ਮਹਾਰਾਜ ਮੁਸਕਰਾ ਪਏ। ਭਾਈ ਸੰਤੋਖ ਸਿੰਘ ਲਿਖਦੇ, ਸੁਨ ਮੁਸਕਾਨੇ ਪ੍ਰਭ ਬਹੁਰੇ ਬਖਾਨੇ ਬੈਨ। ਮਹਾਰਾਜ ਮੁਸਕਰਾ ਕੇ ਨਾ ਭੀਮ ਚੰਦ ਨੂੰ ਕਹਿਣ ਲੱਗੇ, ਪੂਰਬ ਖੋਟਾਈ ਕੈ ਨਿਕਾਈ ਤੁਮ ਠਾਨ ਤੇ। ਮਹਾਰਾਜ ਕਹਿਣ ਲੱਗੇ, ਤੂੰ ਪਹਿਲਾਂ ਖੋਟਾ ਕੰਮ ਕਰਦਾ, ਮੁੜ ਚੰਗਾ ਬਣ ਜਾਂਦਾ ਆ ਕੇ। ਆਖੋ ਵਾਹਿਗੁਰੂ। ਕਰਦੇ ਨਾ ਕਈ ਬੰਦੇ ਇੰਝ ਦੀ, ਪਹਿਲਾਂ ਬੜੇ ਭਿਆਨਕ ਖੂੰਖਾਰ ਖੋਟੇ ਬਣ ਜਾਂਦੇ ਆ, ਮੁੜ ਆ ਕੇ ਹੱਥ ਜੋੜ ਕੇ ਚੰਗੇ ਵੀ ਬਣ ਜਾਂਦੇ। ਮਾਰ ਕੇ ਪੂਰਬ ਖੁਟਾਈ ਕੈ ਨਿਕਾਈ ਤੋਂ ਮਠਾਨ ਤੇ। ਮਾਰ ਕਹਿੰਦੇ ਪਹਿਲਾਂ ਖੋਟ ਕਰਕੇ ਫਿਰ ਤੂੰ ਚੰਗਾ ਵੀ ਬਣ ਜਾਂਦਾ। ਹਾਂਜੀ ਰਸ ਕੇ ਬਿਰਸ ਕਰੋ ਖੇਦ ਕੈ ਹਰਸ਼ ਧਰੋ। ਪਹਿਲਾਂ ਤੂੰ ਰਸ ਰੱਖਦਾ, ਸਾਡੇ ਨਾਲ ਪਿਆਰ ਰੱਖਦਾ, ਕੁਝ ਸਮੇਂ ਬਾਅਦ ਫਿਰ ਤੂੰ ਵਿਗੜ ਵੀ ਜਾਂਦਾ। ਸੁਭਾਅ ਵੀ ਹੁੰਦਾ। ਖੇਡ ਤਾਂ ਮਹਾਰਾਜ ਦੀ ਹੈ, ਬਾਜਾਂ ਵਾਲੇ ਸਤਿਗੁਰਾਂ ਦੀ। ਖੇਦ ਕੈ ਹਰਸ਼ ਧਰੋ। ਤੇ ਮਹਾਰਾਜ ਕਹਿਣ ਲੱਗੇ, ਕਦੀ ਤੇ ਤੂੰ ਖੇਦ ਦੇਣਾ, ਪਹਿਲਾਂ ਖੇਦ ਦੇਣਾ, ਬਾਅਦ ਚੋਂ ਤੂੰ ਖੁਸ਼ ਹੋਣ ਲੱਗ ਪੈਂਦਾ, ਆ ਕੇ ਖੁਸ਼ੀ ਨਾਲ ਬਹਿ ਜਾਂਦਾ। ਹਾਂਜੀ ਆਨ ਕੈ ਸਮੀਪ ਰਹੋ ਤਥਾ ਹਮ ਮਾਨ ਤੇ। ਮਹਾਰਾਜ ਕਹਿਣ ਲੱਗੇ, ਹੁਣ ਆ ਕੇ ਸਾਡੇ ਕੋਲ ਰਹੋ, ਫਿਰ ਮੰਨਾਂਗੇ ਤੇਰੀਆਂ ਗੱਲਾਂ, ਐਵੇਂ ਨਹੀਂ ਮੰਨਣੀਆਂ ਹੁਣ। ਹਾਂਜੀ ਚਾਹੂੰ ਦਿਸ਼ ਸੰਗਤਾਂ ਕੀ ਪੰਗਤਾਂ ਜੋ ਆਵੇਂ ਇਤ। ਚਾਰੇ ਪਾਸਿਓਂ ਸਾਡੇ ਕੋਲ ਸੰਗਤਾਂ ਆਉਂਦੀਆਂ ਨੇ, ਇੱਥੇ ਸੰਗਤਾਂ ਦੀਆਂ ਪੰਗਤਾਂ ਆਉਂਦੀਆਂ ਹੀ ਰਹਿੰਦੀਆਂ ਨੇ। ਮਹਾਰਾਜ ਕਹਿੰਦੇ ਅਨੇਕ ਪ੍ਰਕਾਰ ਕੀ ਅਕੋਰਨ ਕੋ ਆਨ ਤੇ। ਤੇ ਸੰਗਤਾਂ ਸਾਡੇ ਵਾਸਤੇ ਭੇਟਾਵਾਂ ਵੀ ਭੇਟਾ ਕਰਦੀਆਂ ਨੇ। ਅਬ ਤੇ ਨਾ ਤਿੰਨ ਕੋ ਬਿਖਾਦ ਕੋ ਕਰੈ ਕਿਮ। ਬਸ ਅੱਜ ਤੋਂ ਬਾਅਦ ਸੰਗਤ ਨੂੰ ਨਹੀਂ ਰੋਕਣਾ ਰਸਤੇ 'ਚ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹਦੇ ਬੰਦੇ ਰੋਕਦੇ ਸੀ ਸੰਗਤਾਂ ਨੂੰ ਜੀ, ਅੱਜ ਤੋਂ ਬਾਅਦ ਸੰਗਤਾਂ ਨੂੰ ਨਹੀਂ ਰੋਕਣਾ ਰਸਤੇ ਵਿੱਚ। ਸੁਖ ਸੌਂਦਰਸ ਕਰ ਧਾਮਤ ਪਿਆਨ ਤੇ। ਸੁਖ ਸੌਂਦਰਸ ਕਰ ਧਾਮਨ ਪਿਆਨ ਤੇ। ਸੰਗਤਾਂ ਦਰਸ਼ਨ ਕਰਨ ਸੁੱਖ ਨਾਲ, ਤੇ ਸੁਖੀ ਸਾਂਦੀ ਸੰਗਤਾਂ ਆਪਣੇ ਘਰ ਜਾਇਆ ਕਰਨ। ਦਹਿ ਖੇਦ ਜੋਏ ਤਾਤ ਕਾਲ ਫਲ ਲਹਿ ਸੋਏ। ਮਹਾਰਾਜ ਕਹਿਣ ਲੱਗੇ, ਇੱਕ ਗੱਲ ਭੀਮ ਚੰਦ ਸੁਣ ਲਓ, ਜਿਹੜਾ ਬੰਦਾ ਸਾਡੀਆਂ ਸੰਗਤਾਂ ਨੂੰ ਖੇਦ ਦੇਏਗਾ ਨਾ, ਪਰੇਸ਼ਾਨੀ ਦੇਏਗਾ, ਉਹਨੂੰ ਤਤਕਾਲ ਫਲ ਮਿਲੇਗਾ। ਕਹਿਣ ਲੱਗੇ ਕਿਉਂ? ਸੰਗਤ ਜੀ, ਮਹਾਰਾਜ ਨੂੰ ਸੰਗਤ ਬੜੀ ਪਿਆਰੀ ਜੀ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠੇ ਤੇ ਕਾਬਲ ਤੋਂ ਸੰਗਤਾਂ ਆਈਆਂ ਜੀ। ਮਹਾਰਾਜ ਜੀ ਦੀ ਬੱਚੀ ਦਾ ਵਿਆਹ ਸੀਗਾ ਜੀ, ਬੀਬੀ ਵੀਰੋ ਜੀ ਦਾ ਜੀ। ਤੇ ਸਵੇਰ ਦਾ ਲੰਗਰ ਵਰਤ ਚੁੱਕਾ ਸੀ ਤੇ ਦੁਪਹਿਰ ਦਾ ਤਿਆਰ ਹੋਣਾ ਸੀਗਾ, ਵਿਚਲਾ ਜਾ ਸਮਾਂ ਸੀਗਾ ਜੀ। ਤੇ ਸੰਗਤਾਂ ਨੂੰ ਲੱਗੀ ਸੀ ਭੁੱਖ, ਪ੍ਰਸ਼ਾਦੇ ਨੂੰ ਲੱਗਣਾ ਸੀ ਸਮਾਂ। ਤੇ ਬੀਬੀ ਵੀਰੋ ਜੀ ਦੇ ਨਾ ਵਿਆਹ ਵਾਸਤੇ ਜਿਹੜੀ ਮਠਿਆਈ ਬਣੀ ਸੀ, ਮਹਾਰਾਜ ਗੁਰਸਿੱਖਾਂ ਨੂੰ ਕਹਿੰਦੇ ਵੀ ਜਾਓ ਗੁਰੂ ਕੇ ਮਹਿਲਾਂ ਵਿੱਚੋਂ ਮਠਿਆਈ ਲੈ ਕੇ ਆਓ। ਸਿੱਖ ਗਏ ਜੀ। ਮਾਤਾ ਦਮੋਦਰੀ ਜੀ ਨੂੰ ਕਹਿੰਦੇ, ਮਾਤਾ ਜੀ ਜਲ ਪਾਣੀ ਬਣ ਰਿਹਾ ਤੇ ਮਠਿਆਈ ਦਿਓ, ਮਹਾਰਾਜ ਨੇ ਮੰਗੀ ਹੈ, ਸੰਗਤਾਂ ਨੂੰ ਛਕਾਉਣੀ ਹੈ। ਹੁਣ ਮਾਤਾ ਜੀ ਦਾ ਸੁਭਾਅ ਸੀਗਾ ਜੀ, ਉਹ ਕਹਿੰਦੇ ਵੀ ਮਠਿਆਈ ਦੇ ਬਰਾਤ ਵਾਸਤੇ ਹੈ, ਪਹਿਲਾਂ ਬਰਾਤ ਖਾਵੇਗੀ ਫਿਰ ਹੀ ਸੰਗਤਾਂ ਛਕਣਗੀਆਂ। ਸਿੱਖਾਂ ਨੇ ਆ ਕੇ ਮਹਾਰਾਜ ਨੂੰ ਦੱਸਿਆ
ਗੁਰੂ ਸਾਹਿਬ ਨੇ ਮਹਿਸੂਸ ਕੀਤਾ ਹੈ ਸਾਡੀ ਸੰਗਤ ਨੂੰ ਮਨਾ ਕਰਤਾ, ਸਿੱਖਾਂ ਨੂੰ ਮਨਾ ਕਰਤਾ। ਮਹਾਰਾਜ ਕਹਿਣ ਲੱਗੇ ਜਾ ਕੇ ਦਮੋਦਰੀ ਜੀ ਨੂੰ ਕਹਿ ਦਿਓ ਜਿਹੜੀ ਮਠਿਆਈ ਸਿੱਖਾਂ ਨੇ ਨਹੀਂ ਨਾ ਛਕੀ, ਛਕਣਗੇ ਬਰਾਤੀਏ ਵੀ ਨਹੀਂ, ਹੁਣ ਤੁਰਕੀ ਛਕਣਗੇ ਤੇ ਛਕਣਗੇ ਵੀ ਧੱਕੇ ਨਾਲ। ਬਚਨ ਕਰਤਾ ਸੀ ਮਹਾਰਾਜ ਨੇ। ਕਹਾਂ ਤੁਛ ਥੀ ਉਹ ਮਠਿਆਈ ਜੋ ਸਿੱਖਣ ਕੇ ਕਾਮ ਨਾ ਆਈ। ਸਾਡੇ ਸਿੱਖ ਸਾਡੇ ਲਈ ਜ਼ਰੂਰੀ ਹੈ। ਹਾਂਜੀ, ਮਹਾਰਾਜ ਬੜਾ ਪਿਆਰ ਕਰਦੇ ਨੇ ਸਿੱਖਾਂ ਨਾਲ, ਬਹੁਤ ਪ੍ਰੇਮ ਕਰਦੇ ਨੇ। ਸੋ ਗੁਰੂ ਸਾਹਿਬ ਜੀ ਨੇ ਬਚਨ ਕੀਤਾ। ਮਹਾਰਾਜ ਗਰੀਬ ਨਵਾਜ ਕਹਿਣ ਲੱਗੇ ਰਾਜੇ ਜਿਹੜਾ ਸੰਗਤਾਂ ਨੂੰ ਤੰਗ ਪਰੇਸ਼ਾਨ ਕਰੇਗਾ ਨਾ ਉਹ ਦੁਖੀ ਹੋਏਗਾ। ਹਾਂਜੀ, ਬਿਲਮ ਨ ਹਮਰੈ ਤਨਕ ਭਰ ਜਾਨੀਏ। ਮਹਾਰਾਜ ਕਹਿਣ ਲੱਗੇ ਸਾਡੇ ਵੱਲੋਂ ਦੇਰ ਨਹੀਂ ਲੱਗੇਗੀ, ਅਸੀਂ ਫਿਰ ਉਹਨੂੰ ਸਬਕ ਸਿਖਾਵਾਂਗੇ। ਪੂਰਬ ਬਿਗਾਰੋ ਹੇਰੋ ਜੰਗ ਕੋ ਅਖਾਰੋ ਤਬ, ਨਾਹੇ ਤੋ ਹਮਾਰੇ ਔ ਤੁਮਾਰੋ ਰਸ ਸਾਨੀਏ। ਮਹਾਰਾਜ ਕਹਿਣ ਲੱਗੇ ਜਦੋਂ ਸ਼ੁਰੂਆਤ ਕਰੋਗੇ ਤੁਸੀਂ ਕਰੋਗੇ, ਸਾਡੇ ਵੱਲੋਂ ਰਾਸੀ ਹੈ ਤੁਹਾਡੇ ਨਾਲ, ਸਾਡੇ ਵੱਲੋਂ ਤਾਂ ਪ੍ਰੇਮ ਹੀ ਹੈ। ਜਦੋਂ ਕੰਮ ਵਿਗਾੜਨਾ ਤੁਹਾਂ ਹੀ ਵਿਗਾੜਨਾ ਕਹਿਣ ਲੱਗੇ। ਹਾਂਜੀ, ਸ਼ਿਮਾ ਬਲ ਭਰੇ ਗੁਰ ਬੈਨ ਸ਼੍ਰੋਨ ਧਰੇ ਨ੍ਰਿਪ, ਬੋਲਿਓ ਪ੍ਰੇਮ ਭਰੇ ਹਮੈ ਦਾਸ ਪਹਿਚਾਨੀਏ। ਮਹਾਰਾਜ ਗਰੀਬ ਨਵਾਜ ਸਤਿਗੁਰਾਂ ਨੇ ਜਦੋਂ ਬਚਨ ਕੀਤੇ ਨਾ ਤੇ ਰਾਜਾ ਫਿਰ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਸਾਨੂੰ ਆਪਣਾ ਸੇਵਕ ਸਮਝੋ, ਮਹਾਰਾਜ ਦਾਸ ਸਮਝੋ। ਹੁਣ ਨਹੀਂ ਇੰਝ ਹੁੰਦਾ ਮਹਾਰਾਜ। ਕਾਹਿਲੂਰ ਦੇਸ਼ ਕੋ ਹਮੇਸ਼ ਨਿਜ ਧਾਮ ਲਖ। ਹਾਂ, ਫਿਰ ਤੇ ਇੰਨਾ ਕਹਿਣ ਲੱਗਾ ਵੀ ਕਹਿਲੂਰ ਨੂੰ ਆਪਣਾ ਘਰ ਹੀ ਸਮਝੋ। ਕਹਿਲੂਰ ਰਿਆਸਤ ਹੈ ਨਾ ਜਿਹੜੀ, ਇਹਨੂੰ ਆਪਣਾ ਘਰ ਸਮਝੋ। ਕੀ ਜੈ ਪ੍ਰਿਤ ਪਾਰ ਸੁਧ ਲੀਜੈ ਸੁਖ ਸਾਨੀਏ। ਮਹਾਰਾਜ ਸਾਡੀ ਪ੍ਰਤਪਾਲਣਾ ਕਰੋ, ਸਾਨੂੰ ਸੁਖੀ ਵਸਾਓ। ਹਾਂਜੀ, ਏਵ ਕੈ ਸੰਵਾਦ ਅਹਲਾਦ ਕੇ ਪਰਸ ਪਰ, ਦੋਨੋਂ ਸਿਰ ਪਾਓ ਸਤਿਗੁਰ ਬਹੁ ਮੋਲ ਕੋ। ਆਖੋ ਵਾਹਿਗੁਰੂ ਵਾਹਿਗੁਰੂ। ਇਸ ਤਰੀਕੇ ਨਾਲ ਆਪਸ ਵਿੱਚ ਵਾਰਤਾਲਾਪ ਹੋਈ। ਉਹਨੇ ਮਹਾਰਾਜ ਨੂੰ ਸਰੋਪਾ ਦਿੱਤਾ ਤੇ ਮਹਾਰਾਜ ਨੇ ਭੀਮ ਚੰਦ ਨੂੰ ਦੇ ਦਿੱਤਾ ਜੀ। ਹਾਂਜੀ, ਲੈ ਕੇ ਭੀਮ ਚੰਦ ਜਾਨ ਕਰੁਣਾ ਆਨੰਦ ਭਇਓ। ਭੀਮ ਚੰਦ ਬੜਾ ਖੁਸ਼ ਹੋਇਆ ਜੀ। ਉਹ ਕਹਿੰਦਾ ਵੀ ਹੁਣ ਸਾਡੀ ਸਹਿਮਤੀ ਹੋ ਗਈ ਹੈ। ਹਾਥ ਬੰਦ ਬੰਦਨਾ ਕਰਤ ਬਿਨੈ ਬੋਲ ਕੋ। ਹੱਥ ਜੋੜ ਕੇ ਬੜੀ ਹੀ ਨਿਮਰਤਾ ਨਾਲ ਭੀਮ ਚੰਦ ਫਿਰ ਬਚਨ ਕਰਦਾ ਮਹਾਰਾਜ ਨਾਲ। ਅੰਤਰ ਜੋ ਅੰਤਰਾ ਨਿਰੰਤਰ ਨਿਕਾਰ ਕਰ, ਵਿਦਾ ਪਇਓ ਭੂਪ ਪਾਏ ਹਰਖ ਅਤੋਲ ਕੋ। ਤੇ ਜਿਹੜਾ ਅੰਦਰ ਫਰਕ ਸੀ ਨਾ ਉਹ ਦੂਰ ਕਰਕੇ ਭੀਮ ਚੰਦ ਨਮਸਕਾਰ ਕਰਕੇ ਤੇ ਵਾਪਸ ਤੁਲ ਪਿਆ, ਪਰ ਖੁਸ਼ ਬੜਾ ਜੀ। ਉਹਦੇ ਤੇ ਬੋਝ ਸੀਗਾ ਜੀ ਜ਼ਿਆਦਾ। ਹਾਂਜੀ, ਸੰਗ ਭੱਟ ਭੀਰ ਸੋ ਵਜ਼ੀਰ ਧੀਰ ਧਨ ਕਹੈ। ਵਾਹ ਜੀ ਵਾਹ, ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਭੀਮ ਚੰਦ ਦਾ ਵਜ਼ੀਰ ਤੇ ਭੀਮ ਚੰਦ ਦੇ ਸਿਪਾਹੀ ਸੂਰਮੇ ਸਾਰੇ ਮਹਾਰਾਜ ਦਾ ਸੁਭਾਅ ਵੇਖ ਕੇ ਕਹਿੰਦੇ ਧੰਨ ਹੀ ਹੈ ਗੁਰੂ ਸਾਹਿਬ। ਇੰਨਾ ਵਧੀਆ ਸੁਭਾਅ, ਇੰਨਾ ਪਵਿੱਤਰ ਸੁਭਾਅ। ਪੀਰਨ ਕੋ ਪੀਰ ਅਵਤਾਰ ਬਿਨ ਡੋਲ ਕੋ। ਕਹਿਣ ਲੱਗੇ ਕਿੱਡੇ ਅਡੋਲ ਨੇ, ਅਵਸਥਾ ਕਿੱਡੀ ਪੱਕੀ ਹੈ ਇਹਨਾਂ ਦੀ। ਇਹ ਤਾਂ ਪੀਰਾਂ ਦੇ ਪੀਰ ਨੇ। ਹਾਂਜੀ, ਸ਼੍ਰੀ ਗੋਬਿੰਦ ਸਿੰਘ ਸੰਗ ਸੰਧ ਕਰ ਭੀਮ ਚੰਦ। ਇਸ ਤਰੀਕੇ ਨਾਲ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾਲ ਸੰਧੀ ਕੀਤੀ ਭੀਮ ਚੰਦ ਰਾਜੇ ਨੇ ਜੀ। ਸ਼ੰਕਾ ਸਹਿ ਤਰਾਸ ਕੋ ਬਿਦਾਰ ਸੁਖ ਪਾਏ ਕੈ। ਸ਼ੰਕਾ ਦੂਰ ਹੋ ਗਿਆ, ਡਰ ਦੂਰ ਹੋ ਗਿਆ ਤੇ ਸੁਖ ਮਹਿਸੂਸ ਕਰਨ ਲੱਗਾ ਜੀ। ਗਇਓ ਪੁਰ ਆਪਨੇ ਪ੍ਰਤਾਪ ਪ੍ਰਭੂ ਜਾਪਨੇ। ਆਪਣੇ ਨਗਰ ਚਲੇ ਗਿਆ, ਪਰ ਮਹਾਰਾਜ ਦਾ ਤੇਜ ਪ੍ਰਤਾਪ ਵੇਖਿਆ, ਸੋਭਾ ਵੇਖੀ, ਚੜ੍ਹਤ ਵੇਖੀ ਸਤਿਗੁਰਾਂ ਦੀ। ਧਰਿਓ ਵਿਸ਼ਵਾਸ ਕੋ ਸਹਾਏ ਬਨੈ ਆਨ ਕੈ। ਤੇ ਭਰੋਸਾ ਹੋਇਆ ਵੀ ਹੁਣ ਲੜਾਈ ਨਹੀਂ ਹੋਏਗੀ ਸਾਡੀ, ਹੁਣ ਸਾਡੇ ਵਿੱਚ ਪ੍ਰੇਮ ਬਣਿਆ ਰਹੇਗਾ। ਨੀਕੋ ਨਾ ਵਿਵਾਦ ਚੱਲਿਓ ਫੀਕੋ ਅਪਵਾਦ ਜਗ, ਗੁਰੂ ਸੰਗ ਸਮਤਾ ਨਾ ਹੋਤ ਕਿਸ ਭਾਏ ਕੈ। ਹੁਣ ਕਦੀ ਵਿਵਾਦ ਨਹੀਂ ਹੋਏਗਾ, ਫਿੱਕ ਨਹੀਂ ਪਏਗੀ ਤੇ ਮੈਂ ਵੀ ਗੁਰੂ ਦੀ ਬਰਾਬਰੀ ਨਹੀਂ ਕਰਨੀ, ਆਪਣੇ ਮਨ 'ਚ ਸੋਚਦਾ ਜੀ। ਨਾਹਕ ਮਰਹਿ ਵੀਰ ਜੰਗ ਮੈਂ ਨਾ ਰਹੀ ਧੀਰ। ਐਵੇਂ ਖਾਮ ਖਾ ਕਿੰਨੇ ਬੰਦੇ ਸਾਡੇ ਪਹਿਲਾਂ ਮਰ ਗਏ।
ਹਾਂਜੀ, ਸਿਮਰਤ ਹੈ ਗੁਣ ਇਮ ਮਨ ਸਮਝਾਏ ਕੈ। ਇਸ ਤਰੀਕੇ ਨਾਲ ਉਹਨੇ ਆਪਣੇ ਮਨ ਨੂੰ ਸਮਝਾ ਲਿਆ ਜੀ। ਭੀਮ ਚੰਦ ਨੇ ਨਾ ਆਪਣਾ ਮਨ ਸਮਝਾ ਲਿਆ ਵੀ ਮੈਂ ਹੁਣ ਗੁਰੂ ਸਾਹਿਬ ਨਾਲ ਇੰਜ ਨਹੀਂ ਕਰਨਾ, ਹੁਣ ਮੈਂ ਮਹਾਰਾਜ ਨਾਲ ਪ੍ਰੇਮ ਰੱਖਣਾ ਹੈ। ਇਹ ਅੱਜ ਦਾ ਕਥਾ ਸੀ, ਅੱਜ ਦਾ ਪ੍ਰਸੰਗ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਅੱਗੋਂ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਜੀ। ਉਂਝ ਜਿਹੜੇ ਵਿਦਵਾਨ ਹੋਰ ਵੀ ਗੁਰਮੁਖ ਪਿਆਰੇ ਨੇ ਜਾਂ ਪਾਉਂਟਾ ਸਾਹਿਬ ਦਾ ਸਥਾਨਕ ਇਤਿਹਾਸ ਹੈ, ਉਹ ਇਹ ਮੰਨਿਆ ਜਾਂਦਾ ਵੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ ਪਾਉਂਟਾ ਸਾਹਿਬ ਹੋਇਆ ਸੀਗਾ ਜੀ। ਸੋ ਚਲੋ ਭਾਵੇਂ ਜਨਮ ਪਾਉਂਟਾ ਸਾਹਿਬ ਹੋਇਆ ਜੀ ਜਾਂ ਆਨੰਦਪੁਰ ਸਾਹਿਬ ਹੋਇਆ ਜੀ, ਪਰ ਆਨੰਦਪੁਰ ਸਾਹਿਬ ਦੀਆਂ ਸੰਗਤਾਂ ਖੁਸ਼ੀਆਂ ਕਿਵੇਂ ਮਨਾਉਂਦੀਆਂ ਨੇ ਉਹ ਆਉਂਦੇ ਦਿਨਾਂ 'ਚ ਪ੍ਰਸੰਗ ਆਉਣਗੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ। ਆਓ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੋ, ਫਿਰ ਇੱਕ ਪੰਕਤੀ ਪੜ੍ਹੀਏ, ਫਿਰ 2-4 ਮਿੰਟ ਗੁਰਮੰਤਰ ਦਾ ਜਾਪ ਕਰਕੇ ਖਿਮਾ ਮੰਗਾਂਗੇ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਗੂੰਜਾਂ ਪੈ ਜਾਣ ਸਾਡੇ ਅੰਦਰ ਜੀ, ਗੂੰਜਾਂ ਪੈ ਜਾਣ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ। ਸਤਿਗੁਰੂ ਜੀ ਕਿਰਪਾ ਕਰਨ। ਆਓ 2-4 ਮਿੰਟ ਲਈ ਹੁਣ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਣੀ ਹੈ। ਇੱਕ ਰਸ ਬੋਲਿਓ, ਵੱਖਰੀ ਆਵਾਜ਼ ਨਹੀਂ ਕੱਢਣੀ ਕਿਸੇ ਨੇ ਵੀ, ਤੇ ਇੱਕ ਰਸ ਪ੍ਰੇਮ ਨਾਲ ਜਪਣਾ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਦੀ ਮਿਹਰ ਕਰਨ, ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।